अस्सलामुअलैकुम। किसान वीरों, गंदम की फसल ਵਿੱਚ ਖਾਦਾਂ ਦਾ ਗੈਰ ਮੁਤਵਾਜ਼ਨ ਇਸਤੇਮਾਲ ਫਸਲ ਨੂੰ ਨੁਕਸਾਨ ਪਹੁੰਚਾਉਂਦਾ ਹੈ। ਜਿਸ ਤਰ੍ਹਾਂ ਖਾਦ ਦੀ ਕਮੀ ਨਾਲ ਪੈਦਾਵਾਰ ਕਮ ਹੋ ਜਾਂਦੀ ਹੈ, ਇਸੇ ਤਰ੍ਹਾਂ ਖਾਦ ਦੀ ਜ਼ਿਆਦਤੀ ਤੇ ਗੈਰ ਜ਼ਰੂਰੀ ਇਸਤੇਮਾਲ ਵੀ ਫਸਲ ਨੂੰ ਨੁਕਸਾਨ ਪਹੁੰਚਾਉਂਦਾ ਹੈ, ਜਿਸ ਦੀ ਵਜ੍ਹਾ ਨਾਲ ਫਸਲ ਦੀ ਪੈਦਾਵਾਰ ਕਮ ਹੋ ਜਾਂਦੀ ਹੈ। ਤੇ ਅੱਜ ਦੀ ਇਸ ਗੱਲਬਾਤ ਵਿੱਚ ਅਸੀਂ ਵੇਖਾਂਗੇ ਕਿ ਗੰਦਮ ਤੋਂ ਅੱਛੀ ਪੈਦਾਵਾਰ ਹਾਸਲ ਕਰਨ ਲਈ ਖਾਦਾਂ ਦਾ ਇਸਤੇਮਾਲ ਕਿਵੇਂ ਕਰਨਾ ਚਾਹੀਦਾ ਹੈ, ਉਹਨਾਂ ਦੀ ਕਿੰਨੀ ਮਿਕਦਾਰ ਰੱਖਣੀ ਚਾਹੀਦੀ ਹੈ ਅਤੇ ਉਹਨਾਂ ਨੂੰ ਕਿਸ ਵਕਤ ਇਸਤੇਮਾਲ ਕਰਕੇ ਅਸੀਂ ਅੱਛੀ ਪੈਦਾਵਾਰ ਹਾਸਲ ਕਰ ਸਕਦੇ ਹਾਂ। ਕਿਸਾਨ ਵੀਰੋ, ਮੈਂ ਹਾਂ ਡਾਕਟਰ ਜਮੀਲ ਸ਼ਫੀ ਅਤੇ ਤੁਸੀਂ ਵੇਖ ਰਹੇ ਨੇ ਪਲਾਂਟ ਕਲੀਨਿਕਸ ਦਾ YouTube ਚੈਨਲ। ਅਤੇ ਆਓ ਸ਼ੁਰੂ ਕਰਨੇ ਹਾਂ ਅੱਜ ਦੀ ਗੱਲਬਾਤ। ਕਿਸਾਨ ਵੀਰੋ, ਤਜਰਬਾਤ ਤੋਂ ਇਹ ਸਾਬਤ ਹੋਇਆ ਹੈ ਕਿ ਇੱਕ ਖੇਤ ਅਗਰ 80 ਮਣ ਗੰਦਮ ਪੈਦਾ ਕਰਦਾ ਹੈ ਅਤੇ ਉਹਨੂੰ ਇਹ 80 ਮਣ ਗੰਦਮ ਪੈਦਾ ਕਰਨ ਵਾਸਤੇ 80 ਕਿਲੋ ਨਾਈਟ੍ਰੋਜਨ ਦੀ ਜ਼ਰੂਰਤ ਹੁੰਦੀ ਹੈ, ਨਾਲ ਉਹਦੇ 32 ਕਿਲੋ ਫਾਸਫੋਰਸ ਦੀ ਜ਼ਰੂਰਤ ਹੁੰਦੀ ਹੈ ਅਤੇ ਉਹਦੇ ਨਾਲ ਸਾਰਿਆਂ ਤੋਂ ਜ਼ਿਆਦਾ ਚੀਜ਼ ਜਿਹੜੀ ਇਸਤੇਮਾਲ ਹੁੰਦੀ ਹੈ ਉਹ ਪੋਟਾਸ਼ ਹੈ, ਜਿਹੜੀ ਕਿ 91 ਕਿਲੋ ਜ਼ਰੂਰਤ ਹੁੰਦੀ ਹੈ 80 ਮਣ ਗੰਦਮ ਪੈਦਾ ਕਰਨ ਵਾਸਤੇ। ਅਤੇ ਇਸ ਤੋਂ ਪਤਾ ਲੱਗਦਾ ਹੈ ਕਿ ਗੰਦਮ ਦੀ ਅੱਛੀ ਪੈਦਾਵਾਰ ਹਾਸਲ ਕਰਨ ਵਾਸਤੇ ਪੋਟਾਸ਼ ਦੀ ਕਿੰਨੀ ਅਹਿਮੀਅਤ ਹੈ। ਖੁਸ਼ਕਿਸਮਤੀ ਨਾਲ ਸਾਡੀਆਂ ਜ਼ਮੀਨਾਂ ਵਿੱਚ ਪੋਟਾਸ਼ ਦੀ ਕਾਫੀ ਮਿਕਦਾਰ ਮੌਜੂਦ ਸੀ, ਲੇਕਿਨ ਅਸੀਂ ਆਪਣੀ ਜ਼ਮੀਨ ਨੂੰ ਇੰਨਾ ਜ਼ਿਆਦਾ ਇਸਤੇਮਾਲ ਕੀਤਾ ਹੈ ਕਿ ਉਹਦੀ ਮਿਕਦਾਰ ਵਿੱਚ ਹੁਣ ਕਮੀ ਹੋ ਗਈ ਹੈ। ਲਿਹਾਜ਼ਾ ਹੁਣ ਗੰਦਮ ਦੀ ਅੱਛੀ ਪੈਦਾਵਾਰ ਹਾਸਲ ਕਰਨ ਵਾਸਤੇ ਸਾਨੂੰ ਇਸ ਪਾਸੇ ਵੀ ਤਵੱਜਾ ਦੇਣੀ ਹੋਵੇਗੀ ਅਤੇ ਪੋਟਾਸ਼ ਦਾ ਇਸਤੇਮਾਲ ਵੀ ਯਕੀਨੀ ਬਣਾਉਣਾ ਹੋਵੇਗਾ, ਤਾਂ ਹੀ ਅਸੀਂ ਗੰਦਮ ਤੋਂ ਅੱਛੀ ਪੈਦਾਵਾਰ ਹਾਸਲ ਕਰ ਸਕਦੇ ਹਾਂ। ਅਤੇ ਕਿਸਾਨ ਵੀਰੋ, ਗੰਦਮ ਤੋਂ ਅੱਛੀ ਪੈਦਾਵਾਰ ਹਾਸਲ ਕਰਨ ਵਾਸਤੇ ਦੂਜੀ ਗੱਲ ਜਿਹੜੀ ਚੇਨ ਵਿੱਚ ਰੱਖਣੀ ਹੈ ਉਹ ਖਾਦਾਂ ਦਾ ਬਰ ਵਕਤ ਅਤੇ ਮੁਨਾਸਬ ਇਸਤੇਮਾਲ ਹੈ। ਕਿਸਾਨ ਵੀਰੋ, ਅਗਰ ਤੁਹਾਡੀ ਜ਼ਮੀਨ ਸਿਹਤਮੰਦ ਹੈ ਅਤੇ ਉਹਦੇ ਵਿੱਚ ਕੋਈ ਕਿਸੇ ਤਰ੍ਹਾਂ ਦੀ ਖਰਾਬੀ ਨਹੀਂ, ਉਹ ਜ਼ਰਖੇਜ਼ ਹੈ, ਅਤੇ ਉਸ ਵੇਲੇ ਤੁਸੀਂ 1/3 ਨਾਈਟ੍ਰੋਜਨ ਅਤੇ ਸਾਰੀ ਦੀ ਸਾਰੀ ਫਾਸਫੋਰਸ ਅਤੇ ਨਿਸਫ ਜਿਹੜੀ ਹੈ ਪੋਟਾਸ਼ ਉਹ ਬੀਜ ਦੇ ਨਾਲ ਹੀ ਡਾਲ ਦੇਣੀ ਹੈ। ਅਤੇ ਬਾਕੀ ਜਿਹੜੀ ਨਾਈਟ੍ਰੋਜਨ ਅਤੇ ਫਾਸਫੋਰਸ ਬਚੇ ਦੀ ਉਹ ਜਿਸ ਟਾਈਮ ਗੰਦਮ ਦੀ ਉਮਰ 35 ਤੋਂ 60 ਦਿਨ ਹੋਵੇ, ਇਸ ਦੌਰਾਨ ਤੁਸੀਂ ਉਹਨੂੰ 2 ਜਾਂ 3 ਵਕਫਿਆਂ ਵਿੱਚ ਡਾਲ ਦੇਣੀ ਹੈ। ਅਤੇ ਅਗਲੀ ਗੱਲ ਇਹ ਹੈ ਕਿ ਗੰਦਮ ਤੋਂ ਅੱਛੀ ਪੈਦਾਵਾਰ ਹਾਸਲ ਕਰਨ ਵਾਸਤੇ ਜ਼ਰੂਰੀ ਹੈ ਕਿ ਨਾਈਟ੍ਰੋਜਨ ਅਤੇ ਫਾਸਫੋਰਸ ਦਾ ਤਨਾਸਬ 1.5 ਤੇ 1 ਦਾ ਰੱਖਾ ਜਾਏ। ਯਾਨੀ ਅਗਰ ਤੁਸੀਂ 1.5 ਕਿਲੋ ਨਾਈਟ੍ਰੋਜਨ ਡਾਲੋ ਅਤੇ ਨਾਲ ਉਹਦੇ 1 ਕਿਲੋ ਫਾਸਫੋਰਸ ਜ਼ਰੂਰ ਪਾਓ, ਤਾਂ ਹੀ ਤੁਸੀਂ ਅੱਛੀ ਪੈਦਾਵਾਰ ਹਾਸਲ ਕਰ ਸਕਦੇ ਨੇ। ਅਤੇ ਅਗਰ ਤੁਹਾਡੀ ਜ਼ਮੀਨ ਭਾਰੀ ਮੇਰਾ ਜ਼ਮੀਨਾਂ ਵਿੱਚ ਹੈ ਜਾਂ ਫਿਰ ਬਰਾਨੀ ਇਲਾਕਿਆਂ ਵਿੱਚ ਤੁਹਾਡੀ ਜ਼ਮੀਨ ਹੈ, ਅਤੇ ਉਸ ਸੂਰਤ ਵਿੱਚ ਤੁਸੀਂ ਸਾਰੀ ਦੀ ਸਾਰੀ ਖਾਦ ਗੰਦਮ ਦੀ ਕਾਸ਼ਤ ਦੇ ਵਕਤ ਹੀ ਡਾਲ ਦੇਣੀ ਹੈ। ਕਿਸਾਨ ਵੀਰੋ, ਅਗਰ ਤੁਹਾਡੀਆਂ ਜ਼ਮੀਨਾਂ ਕਲਰਾਠੀਆਂ ਨੇ ਅਤੇ ਉੱਥੇ ਤੁਸੀਂ ਤੇਜ਼ਾਬੀ ਅਸਰ ਰੱਖਣ ਵਾਲੀਆਂ ਖਾਦਾਂ ਨੂੰ ਤਰਜੀਹ ਦੇਣੀ ਹੈ। ਯਾਨੀ ਯੂਰੀਆ ਅਤੇ DAP ਦੀ ਜਗ੍ਹਾ ਤੁਸੀਂ ਅਮੋਨੀਅਮ ਸਲਫੇਟ ਅਤੇ ਸੁਪਰ ਫਾਸਫੇਟ ਇਸਤੇਮਾਲ ਕਰਨੀ ਹੈ। ਅਤੇ ਕਿਸਾਨ ਵੀਰੋ, ਇੱਕ ਗੱਲ ਦਾ ਖਾਸ ਖਿਆਲ ਰੱਖਣਾ ਹੈ ਕਿ ਜਿਸ ਟਾਈਮ ਤੁਹਾਡੀ ਫਸਲ ਗੋਬ 'ਤੇ ਆ ਜਾਵੇ ਜਾਂ ਇਸ ਤੋਂ ਬਾਅਦ ਤੁਸੀਂ ਯੂਰੀਆ ਦਾ ਇਸਤੇਮਾਲ ਬਿਲਕੁਲ ਵੀ ਨਹੀਂ ਕਰਨਾ। ਗੋਬ ਤੋਂ ਬਾਅਦ ਯੂਰੀਆ ਖਾਦ ਦੇ ਇਸਤੇਮਾਲ ਨਾਲ ਫਸਲ ਨੂੰ ਫਾਇਦੇ ਦੀ ਬਜਾਏ ਨੁਕਸਾਨ ਹੁੰਦਾ ਹੈ। ਕਿਸਾਨ ਵੀਰੋ, ਇੱਕ ਹੋਰ ਗੱਲ ਜਿਹੜੀ ਤਜਰਬਾਤ ਤੋਂ ਸਾਬਤ ਹੋਈ ਹੈ ਉਹ ਇਹ ਹੈ ਕਿ ਯੂਰੀਆ ਖਾਦ ਪਹਿਲੀ ਆਬਪਾਸ਼ੀ ਤੋਂ ਪਹਿਲੇ ਡਾਲਣ ਦੀ ਬਜਾਏ ਅਗਰ ਇਸ ਆਬਪਾਸ਼ੀ ਦੇ ਤਰ ਵੱਤਰ 'ਤੇ ਡਾਲੀ ਜਾਏ ਤਾਂ ਉਹਦਾ ਜ਼ਿਆਦਾ ਫਾਇਦਾ ਹੁੰਦਾ ਹੈ। ਅਤੇ ਇੱਕ ਹੋਰ ਗੱਲ ਜਿਹੜੀ ਪਤਾ ਚੱਲੀ ਹੈ ਉਹ ਇਹ ਹੈ ਕਿ ਅਗਰ ਤੁਸੀਂ ਆਪਣੇ ਬੀਜ ਨੂੰ ਚਿਲੇਟਡ NPK ਲਗਾ ਕੇ ਕਾਸ਼ਤ ਕਰੋ ਤਾਂ ਉਹਦੀ ਨਸ਼ੋਨੁਮਾ ਜ਼ਿਆਦਾ ਬਿਹਤਰ ਹੁੰਦੀ ਹੈ। ਕਿਸਾਨ ਵੀਰੋ, ਖਾਦਾਂ ਦੇ ਮੁਤਵਾਜ਼ਨ ਅਤੇ ਸਹੀ ਇਸਤੇਮਾਲ ਵਾਸਤੇ ਜ਼ਰੂਰੀ ਹੈ ਕਿ ਸਾਰਿਆਂ ਤੋਂ ਪਹਿਲੇ ਤੁਸੀਂ ਆਪਣੀ ਜ਼ਮੀਨ ਦਾ ਤਜਜ਼ੀਆ ਕਰਵਾਓ। ਇਸ ਮਕਸਦ ਵਾਸਤੇ ਪੰਜਾਬ ਹੁਕੂਮਤ ਨੇ ਹਰ ਜ਼ਿਲ੍ਹੇ ਵਿੱਚ ਇੱਕ ਲੈਬਾਰਟਰੀ ਬਣਾਈ ਹੋਈ ਹੈ, ਜਿੰਦੇ ਤੋਂ ਤੁਸੀਂ ਆਪਣੀ ਜ਼ਮੀਨ ਦਾ ਤਜਜ਼ੀਆ ਮੁਫਤ ਕਰਵਾ ਸਕਦੇ ਨੇ। ਅਤੇ ਜਿਸ ਟਾਈਮ ਤੁਹਾਡੇ ਕੋਲ ਜ਼ਮੀਨ ਦੇ ਤਜਜ਼ੀਏ ਦੀ ਰਿਪੋਰਟ ਹੋਵੇਗੀ ਅਤੇ ਤੁਸੀਂ ਇਹ ਫੈਸਲਾ ਕਰ ਸਕੋਗੇ ਕਿ ਸਾਡੀ ਜ਼ਮੀਨ ਕਿਸ ਦਰਜੇ ਵਿੱਚ ਹੈ। ਆਇਆ ਉਹ ਕਮਜ਼ੋਰ ਜ਼ਮੀਨ ਹੈ, ਔਸਤ ਦਰਜੇ ਦੀ ਹੈ ਜਾਂ ਜ਼ਰਖੇਜ਼ ਜ਼ਮੀਨ ਹੈ। ਕਿਉਂਕਿ ਖਾਦ ਦਾ ਸਹੀ ਇਸਤੇਮਾਲ ਉਸ ਵੇਲੇ ਹੀ ਹੋ ਸਕਦਾ ਹੈ ਜਿਸ ਵੇਲੇ ਤੁਹਾਨੂੰ ਇਹ ਪਤਾ ਹੋਵੇ ਕਿ ਸਾਡੀ ਜ਼ਮੀਨ ਵਿੱਚ ਪਹਿਲੇ ਕੀ ਚੀਜ਼ ਹੈ ਅਤੇ ਸਾਨੂੰ ਹੋਰ ਕੀ ਚੀਜ਼ ਕਿੰਨੀ ਮਿਕਦਾਰ ਵਿੱਚ ਡਾਲਣੀ ਚਾਹੀਦੀ ਹੈ। ਅਤੇ ਆਓ ਹੁਣ ਵੇਖਦੇ ਹਾਂ ਕਿ ਪੰਜਾਬ ਦੇ ਮੁਖਤਲਿਫ ਇਲਾਕਿਆਂ ਵਿੱਚ ਮੁਖਤਲਿਫ ਤਰ੍ਹਾਂ ਦੀਆਂ ਜ਼ਮੀਨਾਂ ਵਾਸਤੇ ਕਿੰਨੀ ਖਾਦ ਇਸਤੇਮਾਲ ਕਰਦੇ ਅਸੀਂ ਗੰਦਮ ਦੀ ਅੱਛੀ ਪੈਦਾਵਾਰ ਹਾਸਲ ਕਰ ਸਕਦੇ ਹਾਂ। ਅਤੇ ਸਾਰਿਆਂ ਤੋਂ ਪਹਿਲੇ ਅਸੀਂ ਦੇਖਦੇ ਹਾਂ ਕਿ ਪੰਜਾਬ ਦੇ ਆਬਪਾਸ਼ ਇਲਾਕਿਆਂ ਵਿੱਚ ਖਾਦਾਂ ਦਾ ਇਸਤੇਮਾਲ ਕਿੰਨਾ ਅਤੇ ਕਿਵੇਂ ਕਰਨਾ ਚਾਹੀਦਾ ਹੈ। ਅਜ਼ੀਜ਼ ਕਿਸਾਨ ਵੀਰੋ, ਇੱਥੇ ਇੱਕ ਟੇਬਲ ਦੀ ਸ਼ਕਲ ਵਿੱਚ ਅਸੀਂ
ਇਹਨਾਂ ਖਾਦਾਂ ਦੇ ਇਸਤੇਮਾਲ ਨੂੰ ਦੇਖਾਂਗੇ, ਸਾਰਿਆਂ ਤੋਂ ਪਹਿਲੇ ਤੁਸੀਂ ਇੱਥੇ ਦੇਖੋ ਕਿ ਤੁਹਾਡੀ ਜਿਹੜੀ ਜ਼ਮੀਨ ਹੈ ਉਹਦੀ ਜ਼ਰਖੇਜ਼ੀ ਦੀ ਨਵੀਅਤ ਕੀ ਹੈ। ਅਗਰ ਤੁਹਾਡੀ ਜ਼ਮੀਨ ਕਮਜ਼ੋਰ ਹੈ, ਹੁਣ ਤੁਹਾਨੂੰ ਇਹ ਕਿਵੇਂ ਪਤਾ ਲੱਗੇਗਾ ਕਿ ਮੇਰੀ ਜ਼ਮੀਨ ਕਮਜ਼ੋਰ ਹੈ? ਇਹਦਾ ਪਤਾ ਉਸ ਵੇਲੇ ਹੀ ਲੱਗੇਗਾ ਜਿਲੇ ਤੁਹਾਡੇ ਕੋਲ ਜ਼ਮੀਨ ਦੇ ਤਜਜ਼ੀਏ ਦੀ ਰਿਪੋਰਟ ਹੋਵੇਗੀ ਤੇ ਉਹਦੇ ਵਿੱਚ ਅਗਰ ਨਾਮਿਆਤੀ ਮਾਦਾ 86% ਤੱਕ ਹੁੰਦਾ ਹੈ, ਫਾਸਫੋਰਸ ਦੀ ਮਿਕਦਾਰ 7 ppm ਤੱਕ ਹੁੰਦੀ ਹੈ ਤੇ ਪੋਟਾਸ਼ ਦੀ ਮਿਕਦਾਰ 80 ppm ਹੁੰਦੀ ਹੈ ਤੇ ਤੁਹਾਡੀ ਜ਼ਮੀਨ ਜਿਹੜੀ ਹੈ ਉਹ ਕਮਜ਼ੋਰ ਜ਼ਮੀਨਾਂ ਵਿੱਚ ਸ਼ੁਮਾਰ ਹੋਵੇਗੀ। ਤੇ ਅਗਰ ਤੁਹਾਡੀ ਜ਼ਮੀਨ ਕਮਜ਼ੋਰ ਜ਼ਮੀਨਾਂ ਵਿੱਚ ਸ਼ੁਮਾਰ ਹੁੰਦੀ ਹੈ ਤੇ ਫਿਰ ਉੱਥੇ ਤੁਸੀਂ 2 ਬੋਰੀ DAP ਇਸਤੇਮਾਲ ਕਰੋਗੇ, 2 ਬੋਰੀ ਯੂਰੀਆ ਇਸਤੇਮਾਲ ਕਰੋਗੇ ਤੇ 1 ਬੋਰੀ SOP ਇਸਤੇਮਾਲ ਕਰੋਗੇ ਤੇ ਫਿਰ ਹੀ ਤੁਸੀਂ ਅੱਛੀ ਪੈਦਾਵਾਰ ਹਾਸਲ ਕਰ ਸਕੋਗੇ। ਤੇ ਅੱਗੇ ਵਧਨੇ ਆ ਕਿਸਾਨ ਭਾਈਓ, ਅਗਰ ਤੁਹਾਡੀ ਜ਼ਮੀਨ ਦਾ ਸ਼ੁਮਾਰ ਔਸਤ ਦਰਜੇ ਦੀ ਜ਼ਮੀਨ ਵਿੱਚ ਹੁੰਦਾ ਹੈ, ਯਾਨੀ ਕਿ ਉਹਦੇ ਵਿੱਚ ਨਾਮਿਆਤੀ ਮਾਦੇ ਦੀ ਮਿਕਦਾਰ 86% ਤੋਂ ਲੈ ਤੇ 1.29% ਹੈ ਤੇ ਫਾਸਫੋਰਸ ਦੀ ਮਿਕਦਾਰ 7% ਤੋਂ ਲੈ ਤੇ 14 ppm ਤੱਕ ਹੈ ਤੇ ਪੋਟਾਸ਼ ਦੀ ਮਿਕਦਾਰ 80 ਤੋਂ 180 ppm ਤੱਕ ਹੈ ਤੇ ਫਿਰ ਤੁਹਾਡੀ ਜ਼ਮੀਨ ਜਿਹੜੀ ਹੈ ਉਹ ਔਸਤ ਦਰਜੇ ਦੀ ਹੈ ਤੇ ਇਹਦੇ ਵਾਸਤੇ ਤੁਹਾਨੂੰ 1.5 ਬੋਰੀ DAP ਇਸਤੇਮਾਲ ਕਰਨੀ ਹੈ ਤੇ ਪੌਣੇ 2 ਬੋਰੀ ਯੂਰੀਆ ਇਸਤੇਮਾਲ ਕਰਨੀ ਹੈ ਤੇ ਨਾਲ ਇਹਦੇ 1 ਬੋਰੀ SOP ਇਸਤੇਮਾਲ ਕਰਕੇ ਤੁਸੀਂ ਅੱਛੀ ਪੈਦਾਵਾਰ ਹਾਸਲ ਕਰ ਸਕਦੇ ਨੇ। ਤੇ ਅਗਰ ਤੁਹਾਡੀ ਜ਼ਮੀਨ ਜ਼ਰਖੇਜ਼ ਆ ਜਾਂਦੀ ਹੈ ਜ਼ਮੀਨ ਦੇ ਤਜਜ਼ੀਏ ਤੋਂ ਬਾਅਦ, ਉਹ ਜ਼ਰਖੇਜ਼ ਜ਼ਮੀਨ ਕਿਵੇਂ ਹੋਵੇਗੀ? ਅਗਰ ਨਾਮਿਆਤੀ ਮਾਦੇ ਦੀ ਮਿਕਦਾਰ 1.29 ਤੋਂ ਜ਼ਿਆਦਾ ਹੈ ਤੇ ਨਾਲ ਉਹਦੇ ਫਾਸਫੋਰਸ ਦੀ ਮਿਕਦਾਰ 14 ppm ਤੋਂ ਜ਼ਿਆਦਾ ਹੈ ਤੇ ਪੋਟਾਸ਼ ਦੀ ਮਿਕਦਾਰ 180 ppm ਤੋਂ ਜ਼ਿਆਦਾ ਹੈ ਤੇ ਉਹ ਜ਼ਮੀਨ ਜ਼ਰਖੇਜ਼ ਜ਼ਮੀਨਾਂ ਵਿੱਚ ਸ਼ੁਮਾਰ ਹੁੰਦੀ ਹੈ। ਤੇ ਇਸ ਜ਼ਮੀਨ ਵਿੱਚ ਤੁਹਾਨੂੰ ਅੱਛੀ ਪੈਦਾਵਾਰ ਹਾਸਲ ਕਰਨ ਵਾਸਤੇ 1.25 ਬੋਰੀ DAP ਨਾਲ 1.5 ਬੋਰੀ ਯੂਰੀਆ ਤੇ ਨਾਲ 1 ਬੋਰੀ SOP ਇਸਤੇਮਾਲ ਕਰਨੀ ਹੋਵੇਗੀ। ਕਿਸਾਨ ਭਾਈਓ, ਇਹ ਤਾਂ ਹੈ ਆਬਪਾਸ਼ ਇਲਾਕਿਆਂ ਵਾਸਤੇ ਖਾਦਾਂ ਦਾ ਇਸਤੇਮਾਲ। ਤੇ ਹੁਣ ਅਸੀਂ ਆਨੇ ਹਾਂ ਕਿ ਬਾਰਾਨੀ ਇਲਾਕਿਆਂ ਵਿੱਚ ਖਾਦਾਂ ਦਾ ਇਸਤੇਮਾਲ ਕਿਵੇਂ ਕਰਨਾ ਹੈ, ਕਿਉਂਕਿ ਬਾਰਾਨੀ ਇਲਾਕਿਆਂ ਵਿੱਚ ਸਾਰਿਆਂ ਤੋਂ ਅਹਿਮ ਚੀਜ਼ ਹੁੰਦੀ ਹੈ ਬਾਰਿਸ਼, ਤੇ ਬਾਰਿਸ਼ ਦੀ ਬੁਨਿਆਦ ਤੇ ਹੀ ਅਸੀਂ ਖਾਦਾਂ ਦਾ ਇਸਤੇਮਾਲ ਕਰਨਾ ਹੈ। ਇਵੇਂ ਹੀ ਇੱਥੇ ਵੀ ਇੱਕ ਟੇਬਲ ਬਣਾਇਆ ਗਿਆ ਹੈ, ਇੱਥੇ ਤੁਸੀਂ ਜ਼ਮੀਨ ਦੀ ਨਵੀਅਤ ਨੂੰ ਨਹੀਂ ਬਲਕਿ ਬਾਰਿਸ਼ ਨੂੰ ਵੇਖਣਾ ਹੈ ਕਿ ਉੱਥੇ ਬਾਰਿਸ਼ ਕਿੰਨੀ ਹੁੰਦੀ ਹੈ। ਅਗਰ ਤੁਹਾਡੇ ਇਲਾਕਾ ਜਿਹੜਾ ਹੈ ਉੱਥੇ ਬਾਰਿਸ਼ ਕਮ ਹੁੰਦੀ ਹੈ, ਯਾਨੀ ਉੱਥੇ ਬਾਰਿਸ਼ ਦੀ ਮਿਕਦਾਰ 350 ਮਿਲੀਲੀਟਰ ਤੱਕ ਹੁੰਦੀ ਹੈ ਸਾਲਾਨਾ, ਇੰਦੀ ਵਿੱਚ ਜਿਹੜੇ ਜ਼ਿਲ੍ਹੇ ਆਉਂਦੇ ਨੇ ਉਹਦੇ ਵਿੱਚ ਰਾਜਨਪੁਰ, ਲਈਆ, ਡੇਰਾ ਗਾਜ਼ੀ ਖਾਨ, ਮੁਜ਼ੱਫਰਗੜ੍ਹ, ਪੱਖਰ, ਮਿਆਂਵਾਲੀ, ਖੁਸ਼ਾਬ, ਜੰਡ ਔਰ ਪਿੰਡੀ, ਖੇਪ ਵਗੈਰਾ ਸ਼ਾਮਲ ਹਨ। ਇਹਨਾਂ ਵਿੱਚ ਕਮ ਬਾਰਿਸ਼ ਹੁੰਦੀ ਹੈ ਤੇ ਅਗਰ ਤੁਹਾਡਾ ਇਲਾਕਾ ਇਹਨਾਂ ਜ਼ਿਲ੍ਹਿਆਂ ਵਿੱਚ ਜਾਂ ਉੱਥੇ ਬਾਰਿਸ਼ ਦੀ ਮਿਕਦਾਰ 350 ਮਿਲੀਲੀਟਰ ਤੱਕ ਹੁੰਦੀ ਹੈ ਤੇ ਤੁਸੀਂ ਫਿਰ 1 ਬੋਰੀ DAP ਇਸਤੇਮਾਲ ਕਰੋਗੇ, ਨਾਲ 1 ਬੋਰੀ ਯੂਰੀਆ ਤੇ ਅੱਧੀ ਬੋਰੀ SOP। ਜੇ ਅਗਰ ਤੁਹਾਡੇ ਇਲਾਕੇ ਦਾ ਸ਼ੁਮਾਰ ਦਰਮਿਆਨੀ ਬਾਰਿਸ਼ ਵਾਲੇ ਇਲਾਕਿਆਂ ਵਿੱਚ ਹੁੰਦਾ ਹੈ, ਜਿੰਦਾ ਤੁਸੀਂ ਅੰਦਾਜ਼ਾ ਇਸ ਬਾਰਿਸ਼ ਦੀ ਮਿਕਦਾਰ ਤੋਂ ਲਗਾ ਸਕਦੇ ਨੇ ਕਿ ਉੱਥੇ ਬਾਰਿਸ਼ ਦੀ ਮਿਕਦਾਰ ਅਗਰ 350 ਤੋਂ 600 ਮਿਲੀਲੀਟਰ ਤੱਕ ਹੁੰਦੀ ਹੈ ਤੇ ਉਹ ਦਰਮਿਆਨੀ ਬਾਰਿਸ਼ ਵਾਲੇ ਇਲਾਕੇ ਨੇ, ਉੱਥੇ ਤੁਸੀਂ 1.25 ਬੋਰੀ DAP ਇਸਤੇਮਾਲ ਕਰਨੀ ਹੈ, ਨਾਲ 1.25 ਬੋਰੀ ਯੂਰੀਆ ਇਸਤੇਮਾਲ ਕਰਨੀ ਹੈ ਤੇ ਅੱਧੀ ਬੋਰੀ SOP ਇਸਤੇਮਾਲ ਕਰਨੀ ਹੈ। ਤੇ ਅਗਰ ਜ਼ਿਆਦਾ ਬਾਰਿਸ਼ ਵਾਲਾ ਇਲਾਕਾ ਹੈ ਤੁਹਾਡਾ ਤੇ ਫਿਰ ਤੁਸੀਂ ਉੱਥੇ 1.5 ਬੋਰੀ DAP ਇਸਤੇਮਾਲ ਕਰੋਗੇ, 1.5 ਬੋਰੀ ਯੂਰੀਆ ਇਸਤੇਮਾਲ ਕਰੋਗੇ ਤੇ ਨਾਲ 1 ਬੋਰੀ SOP ਇਸਤੇਮਾਲ ਕਰੋਗੇ ਤੇ ਇਨਸ਼ਾਅੱਲਾ ਤੁਹਾਨੂੰ ਅੱਛੀ ਪੈਦਾਵਾਰ ਹਾਸਲ ਹੋ ਜਾਵੇਗੀ। ਤੇ ਕਿਸਾਨ ਭਾਈਓ, ਖਾਦਾਂ ਦੇ ਇਸਤੇਮਾਲ ਦੇ ਦੌਰਾਨ ਕੁਝ ਚੀਜ਼ਾਂ ਦਾ ਖਾਸ ਖਿਆਲ ਰੱਖਣਾ ਹੈ। ਆਪਣੀ ਪਹਿਲੀ ਜਿਹੜੀ ਵੀਡੀਓ ਦਾ ਹਿੱਸਾ ਹੈ ਉਹਦੇ ਵਿੱਚ ਮੈਂ ਤੁਹਾਨੂੰ ਦੱਸ ਚੁੱਕਾ ਹਾਂ ਕਿ ਖਾਦਾਂ ਦਾ ਇਸਤੇਮਾਲ ਕਿਵੇਂ ਕਰਨਾ ਚਾਹੀਦਾ ਹੈ, ਕਿਸ ਵੇਲੇ ਇਸਤੇਮਾਲ ਕਰਨਾ ਚਾਹੀਦਾ ਹੈ ਤੇ ਕੁਝ ਹੋਰ ਜਿਹੜੀਆਂ ਅਹਿਮ ਚੀਜ਼ਾਂ ਹਨ ਉਹ ਤੁਹਾਨੂੰ ਇੱਥੇ ਦੱਸ ਦਿੰਦੇ ਹਾਂ। ਜਿਹੜੀ ਫਾਸਫੋਰਸੀ ਤੇ ਪੋਟਾਸ਼ ਦੀਆਂ ਖਾਦਾਂ ਨੇ ਉਹਨਾਂ ਨੂੰ ਤੁਸੀਂ ਡਰਿਲ ਦੇ ਜ਼ਰੀਏ ਡਾਲਣਾ ਹੈ ਤਾਂ ਕਿ ਉਹ ਬੀਜ ਦੇ ਜਿੰਨਾ ਨਜ਼ਦੀਕ ਹੋ ਸਕੇ ਗਿਰਨ, ਕਿਉਂਕਿ ਫਾਸਫੋਰਸੀ ਖਾਦਾਂ ਤੇ ਪੋਟਾਸ਼ ਵਾਲੀਆਂ ਖਾਦਾਂ ਜਿੰਨੀਆਂ ਦੂਰ ਹੋਵਣਦੀਆਂ ਉਨੀਆਂ ਹੀ ਫਸਲ ਨੂੰ ਕਮ ਮਿਲਣਦੀਆਂ, ਕਿਉਂਕਿ ਇਹ ਖਾਦਾਂ ਜ਼ਮੀਨ ਦੇ ਨਾਲ ਫਿਕਸ ਹੋ ਜਾਂਦੀਆਂ ਨੇ ਤੇ ਪੌਦਿਆਂ ਨੂੰ ਕਮ ਮਿਲਦੀਆਂ ਨੇ ਅਗਰ ਇਹ ਬੀਜ ਤੋਂ ਦੂਰ ਹੋਵਣ ਤੇ। ਇਸ ਵਜ੍ਹਾ ਤੋਂ ਅਗਰ ਹੋ ਸਕੇ ਤੇ ਇਹਦੀ ਜਿਹੜੀ ਮਿਕਦਾਰ ਜਿੰਨੀ ਪੋਟਾਸ਼ ਤੇ ਫਾਸਫੋਰਸ ਚਾਹੀਦੀ ਹੁੰਦੀ ਹੈ ਉਹ ਡਰਿਲ ਦੇ ਨਾਲ ਬੀਜ ਦੇ ਕਰੀਬ ਤਰੀਨ ਡਾਲ ਦੇਣੀ ਚਾਹੀਦੀ ਹੈ। ਤੇ ਨਾਈਟ੍ਰੋਜਨੀ ਖਾਦਾਂ ਇੱਕੇ ਦਫਾ ਨਹੀਂ ਡਾਲ ਦੇਣੀਆਂ ਚਾਹੀਦੀਆਂ। ਅਗਰ ਤੁਹਾਡੀ ਜ਼ਮੀਨ ਅਬਪਾਸ਼ ਹੈ ਤੇ ਅੱਛੀ ਹੈ ਤੇ ਉੱਥੇ ਤੁਸੀਂ ਨਾਈਟ੍ਰੋਜਨੀ ਖਾਦਾਂ 2 ਜਾਂ 3 ਕਿਸ਼ਤਾਂ ਵਿੱਚ ਡਾਲਣੀਆਂ ਨੇ, ਕਿਉਂਕਿ ਨਾਈਟ੍ਰੋਜਨੀ ਖਾਦਾਂ ਅਗਰ ਇੱਕੇ ਦਫਾ ਡਾਲ ਦਿੱਤੀਆਂ ਜਾਣ ਤੇ ਇਹਨਾਂ ਦਾ ਜ਼ਿਆ ਹੋਣ ਦਾ ਚਾਂਸਿਸ ਵੱਧ ਜਾਂਦੇ ਨੇ। ਇੱਕ ਤਾਂ ਇਹ ਜ਼ਾਇਆ ਹੋ ਜਾਂਦੀ ਨੇ, ਹਵਾ ਵਿੱਚ ਬੁਖਾਰਾਤ ਬਣਦੇ, ਦੂਸਰਾ ਇਹ ਪਾਣੀ ਦੇ ਨਾਲ ਨੀਚੇ ਜ਼ਮੀਨ ਦੀ ਗਹਿਰਾਈ ਵਿੱਚ ਚਲੇ ਜਾਂਦੇ ਨੇ, ਜਿੰਦੀ ਵਜ੍ਹਾ ਤੋਂ ਇਹਦੀ ਮਿਕਦਾਰ ਪੌਦਿਆਂ ਨੂੰ ਘੱਟ ਮਿਲਦੀ ਹੈ ਅਗਰ ਇਹ ਇਕੱਠੀ ਡਾਲ ਦਿੱਤੀ ਜਾਵੇ ਤੇ। ਦੂਸਰਾ ਇਹ ਹੈ ਕਿ ਕਿਉਂਕਿ ਰੇਤਲੇ ਜ਼ਮੀਨ ਵਿੱਚ ਪਾਣੀ ਬੜੀ ਜਲਦੀ ਨੀਚੇ ਚਲਾ ਜਾਂਦਾ ਹੈ ਤੇ ਅਗਰ ਉੱਥੇ ਵੀ ਨਾਈਟ੍ਰੋਜਨੀ ਖਾਦ ਇੱਕ ਹੀ ਦਫਾ ਡਾਲ ਦਿੱਤੀ ਜਾਵੇ ਤੇ ਉਹ ਕਾਫੀ ਜ਼ਿਆਦਾ ਮਿਕਦਾਰ ਹੁੰਦੀ ਨੀਚੇ ਚਲੀ ਜਾਂਦੀ ਹੈ, ਜਿਹੜੀ ਜੜ ਨੂੰ ਮੁਹੱਈਆ ਨਹੀਂ ਹੁੰਦੀ ਤੇ ਜ਼ਾਇਆ ਹੋ ਜਾਂਦੀ ਹੈ। ਇਸ ਵਜ੍ਹਾ ਤੋਂ ਰੇਤਲੇ ਇਲਾਕਿਆਂ ਵਿੱਚ ਨਾਈਟ੍ਰੋਜਨੀ ਖਾਦਾਂ ਦੀਆਂ ਜ਼ਿਆਦਾ ਕਿਸ਼ਤਾਂ ਕਰਨੀਆਂ ਚਾਹੀਦੀਆਂ ਨੇ, ਜੋ ਕਿ 4 ਕਿਸ਼ਤਾਂ ਕਰਨਾ ਜ਼ਰੂਰੀ ਹੈ। ਤੇ ਕਮਜ਼ੋਰ ਜ਼ਮੀਨਾਂ ਵਿੱਚ ਫਸਲ ਦੀ ਹਾਲਤ ਨੂੰ ਵੇਖਦਿਆਂ ਹੋਇਆਂ ਅੱਧੀ ਬੋਰੀ ਯੂਰੀਆ ਜ਼ਿਆਦਾ ਡਾਲਣੀ ਚਾਹੀਦੀ ਹੈ ਅਗਰ ਜ਼ਮੀਨ ਕਮਜ਼ੋਰ ਹੈ। ਤੇ ਅਗਰ ਤੁਸੀਂ ਆਪਣੀ ਫਸਲ ਦੀ ਕਾਸ਼ਤ ਪਛੇਤੀ ਕਰ ਰਹੇ ਨੇ ਤੇ ਫਿਰ ਤੁਸੀਂ ਸਾਰੀਆਂ ਖਾਦਾਂ ਬੁਆਈ ਦੇ ਵਕਤ ਹੀ ਡਾਲ ਦਿਓ। ਤੇ ਅਗਰ ਤੁਸੀਂ ਗੰਦਮ ਦੀ ਕਾਸ਼ਤ ਆਲੂਆਂ ਤੋਂ ਬਾਅਦ ਕਰ ਰਹੇ ਹੋ, ਕਿਉਂਕਿ ਆਲੂਆਂ ਵਿੱਚ ਖਾਦਾਂ ਦਾ ਇਸਤੇਮਾਲ ਬਹੁਤ ਜ਼ਿਆਦਾ ਹੁੰਦਾ ਹੈ ਤੇ ਉਹ ਪਹਿਲੇ ਹੀ ਜ਼ਮੀਨ ਵਿੱਚ ਕਾਫੀ ਮਿਕਦਾਰ ਵਿੱਚ ਮੌਜੂਦ ਹੁੰਦੀਆਂ ਨੇ, ਤੇ ਇਸ ਸੂਰਤ ਵਿੱਚ ਤੁਸੀਂ ਆਪਣੀ ਜ਼ਮੀਨ ਦੀ ਜ਼ਰਖੇਜ਼ੀ ਤੇ ਫਸਲ ਦੀ ਹਾਲਤ ਨੂੰ ਦੇਖ ਕੇ ਫੈਸਲਾ ਕਰੋ ਕਿ ਕਿੰਨੀ ਖਾਦ ਡਾਲਣੀ ਚਾਹੀਦੀ ਹੈ, ਕਿਉਂਕਿ ਜ਼ਿਆਦਾ ਖਾਦ ਫਸਲ ਨੂੰ ਨੁਕਸਾਨ ਪਹੁੰਚਾ ਸਕਦੀ ਹੈ। ਅਗਰ ਜ਼ਮੀਨ ਸ਼ੋਰਜ਼ਦਾ ਹੈ ਜਾਂ ਉਹਦੇ ਵਿੱਚ ਕਲਰ ਮੌਜੂਦ ਹੈ
ਤੇ ਤੁਸੀਂ ਆਪਣੀ ਜ਼ਮੀਨ ਦਾ ਤਜਜ਼ੀਆ ਕਰਵਾਓ ਤੇ ਫਿਰ ਮੁਨਾਸਬ ਮਿਕਦਾਰ ਵਿੱਚ ਉਹਦੇ ਵਿੱਚ ਜਿਪਸਮ ਡਲਵਾਓ ਮੌਨਸੂਨ ਦੀਆਂ ਬਾਰਿਸ਼ਾਂ ਤੋਂ ਪਹਿਲੇ, ਤਾਂ ਕਿ ਫਸਲ ਆਉਣ ਤੋਂ ਪਹਿਲੇ ਜਿਹੜੇ ਉਹਦੇ ਵਿੱਚ ਕਲਰ ਮੌਜੂਦ ਹੈ ਜਾਂ ਦੂਸਰੇ ਸਾਲਟ ਮੌਜੂਦ ਨੇ ਉਹ ਕਮ ਹੋ ਜਾਣ। ਤੇ ਅਗਰ ਕਿਸੇ ਵਜ੍ਹਾ ਤੋਂ ਤੁਸੀਂ ਪਹਿਲੀ बुआई ਦੇ ਵਕਤ ਜਿਸ ਟਾਈਮ ਤੁਸੀਂ ਫਸਲ ਕਾਸ਼ਤ ਕਰਦੇ ਨੇ ਉਸ ਵੇਲੇ ਤੁਸੀਂ ਫਾਸਫੋਰਸਿਕ ਖਾਦ ਜਾਂ ਡੀਏਪੀ ਖਾਦ ਦਾ ਇਸਤੇਮਾਲ ਨਾ ਕਰ ਸਕੋ ਤੇ ਉਹਨੂੰ ਪਹਿਲੇ ਪਾਣੀ ਨਾਲ ਜ਼ਰੂਰ ਇਸਤੇਮਾਲ ਕਰ ਲਓ। ਤੇ ਅਗਰ ਤੁਸੀਂ ਚਾਹੁੰਦੇ ਨੇ ਕਿ ਜ਼ਿਆਦਾ ਪੈਦਾਵਾਰ ਆਏ ਤੇ ਤੁਸੀਂ ਤਰੱਕੀ ਪਸੰਦ ਕਾਸ਼ਤਕਾਰ ਨੇ ਤੇ ਤੁਸੀਂ ਆਪਣੀ ਫਸਲ ਵਿੱਚ 2 ਬੋਰੀ ਡੀਏਪੀ ਇਸਤੇਮਾਲ ਕਰੋ ਤਾਂ ਕਿ ਤੁਸੀਂ ਦੂਸਰਿਆਂ ਨਾਲੋਂ ਜ਼ਿਆਦਾ ਪੈਦਾਵਾਰ ਲੈ ਸਕੋ। ਕਿਸਾਨ ਭਾਈਓ, ਗੰਦਮ ਵਿੱਚ ਜ਼ਿੰਕ ਤੇ ਬੋਰਾਨ ਦਾ ਇਸਤੇਮਾਲ ਉਹਦੀ ਪੈਦਾਵਾਰ ਤੇ ਬਹੁਤ ਜ਼ਿਆਦਾ ਅਸਰਅੰਦਾਜ਼ ਹੁੰਦਾ ਹੈ। ਅਗਰ ਪਹਿਲੀ ਜਿਹੜੀ ਫਸਲ ਹੈ ਉਹਦੇ ਵਿੱਚ ਤੁਸੀਂ ਜ਼ਿੰਕ ਇਸਤੇਮਾਲ ਨਹੀਂ ਕੀਤੀ ਤੇ ਗੰਦਮ ਨੂੰ ਫਿਰ ਤੁਸੀਂ ਬੁਆਈ ਦੇ ਵਕਤ 6 ਕਿਲੋ ਜ਼ਿੰਕ 33% ਵਾਲੀ ਲਗਾ ਦੇਣੀ ਹੈ, ਨਾਲ ਉਹਦੇ ਬੋਰਿਕ ਐਸਿਡ 17% ਵਾਲਾ 2.5 ਕਿਲੋ ਵੀ ਲਗਾ ਦੇਣਾ ਹੈ। ਇਹਦੇ ਨਾਲ ਪੈਦਾਵਾਰ ਤੇ ਕਾਫੀ ਜ਼ਿਆਦਾ ਫਰਕ ਪੈਂਦਾ ਹੈ। ਤੇ ਕਿਉਂਕਿ ਆਪਣੀਆਂ ਜ਼ਮੀਨਾਂ ਵਿੱਚ ਨਾਮਿਆਤੀ ਮਾਦੇ ਦੀ ਕਾਫੀ ਕਮੀ ਹੈ ਤੇ ਇਸ ਕਮੀ ਨੂੰ ਤੁਸੀਂ ਗੋਬਰ ਦੀ ਗਲੀ ਸੜੀ ਖਾਦ ਡਾਲ ਕੇ ਪੂਰਾ ਕਰ ਸਕਦੇ ਨੇ ਜਾਂ ਫਿਰ ਤੁਸੀਂ ਮੁਰਗੀਆਂ ਦੀਆਂ ਵੇਸਟ ਡਾਲ ਕੇ ਪੂਰਾ ਕਰ ਸਕਦੇ ਨੇ। ਅਗਰ ਤੁਸੀਂ ਗੋਬਰ ਦੀ ਖਾਦ ਇਸਤੇਮਾਲ ਕਰ ਰਹੇ ਨੇ ਤੇ 3 ਤੋਂ 4 ਟਰਾਲੀਆਂ ਤੁਸੀਂ ਫੀ ਏਕੜ ਡਾਲੋ। ਇਹਦੇ ਨਾਲ ਨਾਮਿਆਤੀ ਮਾਦੇ ਦੀ ਮਿਕਦਾਰ ਕਾਫੀ ਹੱਦ ਤੱਕ ਪੂਰੀ ਹੋ ਜਾਵੇਗੀ, ਜਿਹੜੀ ਪੈਦਾਵਾਰ ਵਿੱਚ ਬਹੁਤ ਜ਼ਿਆਦਾ ਇਜ਼ਾਫੇ ਦਾ ਸਬਬ ਬਣ ਸਕਦੀ ਹੈ। ਤੇ ਕਿਸਾਨ ਭਾਈਓ, ਅਗਰ ਮੁਮਕਨ ਹੋ ਸਕੇ ਤੇ ਆਪਣੀ ਫਸਲ ਆਪਣੇ ਖੇਤ ਵਿੱਚ ਹਰ 2 ਜਾਂ 3 ਸਾਲ ਤੋਂ ਬਾਅਦ ਗ੍ਰੀਨ ਮਨਿਓਰਿੰਗ ਜ਼ਰੂਰ ਕਰੋ। ਯਾਨੀ ਕਿ ਤੁਸੀਂ ਗੁਵਾਰਾ ਜਾਂ ਜੰਤਰ ਕਾਸ਼ਤ ਕਰੋ ਤੇ ਜਿਸ ਟਾਈਮ ਉਹ ਫੁੱਲਾਂ ਤੇ ਆ ਜਾਵੇ ਤੇ ਉਹਨੂੰ ਵਿੱਚ ਹੀ ਹਲ ਚਲਾ ਕੇ ਵਾਹ ਦਿਓ। ਉਸ ਤੋਂ ਬਾਅਦ ਉਹਨੂੰ ਗਲਨ ਸੜਨ ਦਿਓ ਤੇ ਜ਼ਮੀਨ ਤਿਆਰ ਕਰਕੇ ਅਗਲੀ ਫਸਲ ਕਾਸ਼ਤ ਕਰ ਲਓ। ਇਸ ਨਾਲ ਵੀ ਤੁਹਾਡੀ ਜ਼ਮੀਨ ਵਿੱਚ ਨਾਮਿਆਤੀ ਮਾਦੇ ਦੀ ਮਿਕਦਾਰ ਪੂਰੀ ਹੋ ਜਾਂਦੀ ਹੈ। ਤੇ ਕਿਸਾਨ ਭਾਈਓ, ਮਜ਼ੀਦ ਚੰਗੀਆਂ ਵੀਡੀਓ ਦੇਖਣ ਵਾਸਤੇ ਤੁਸੀਂ ਆ ਸਕਦੇ ਨੇ ਸਾਡੇ YouTube ਚੈਨਲ ਤੇ ਜਾਂ ਫਿਰ ਤੁਸੀਂ ਫਾਲੋ ਕਰ ਸਕਦੇ ਨੇ ਸਾਨੂੰ ਸਾਡੇ Facebook ਪੇਜ ਤੇ। ਇਹਦੇ ਨਾਲ ਹੀ ਮੈਂ ਤੁਹਾਥੋਂ ਇਜਾਜ਼ਤ ਚਾਹਾਂਗਾ। ਅੱਲਾ ਹਾਫਿਜ਼।